ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਅਜਿਹਾ ਬਿਆਨ ਦਿੱਤਾ ਹੈਗਾ ਤਾਂ ਉਹ ਬਿਆਨ ਵੀ ਅਜਿਹਾ ਕਹਿ ਦਿੱਤਾ ਕਿ ਹਰ ਸਿੱਖ ਦੀ ਮੰਗ ਹੈ ਕਿ ਖਾਲਿਸਤਾਨ ਹੋਣਾ ਚਾਹੀਦਾ। ਅਗਰ ਸੈਂਟਰ ਸਰਕਾਰ ਲਾਗੂ ਕਰ ਦੇਵੇ ਜਾਂ ਖਾਲਿਸਤਾਨ ਬਣਾ ਦੇਵੇ ਤੇ ਫਿਰ ਹੋਰ ਕੀ ਅੰਨਾ ਭਾਲੇ। ਉਸ ਤੋਂ ਬਾਅਦ ਸਿਆਸਤ ਸ਼ੁਰੂ ਹੋ ਜਾਂਦੀ। ਹਾਲਾਂਕਿ ਅਕਾਲੀ ਦਲ ਨੇ ਬਿਲਕੁਲ ਹੀ ਕਿਨਾਰਾ ਕਰ ਦਿੱਤਾ, ਲੇਕਿਨ ਅਕਾਲ ਤਖਤ ਦੇ ਸਾਬਕਾ ਜਥੇਦਾਰ ਚਾਹੇ ਭਾਈ ਰਣਜੀਤ ਸਿੰਘ ਹੋਣ, ਚਾਹੇ ਫਿਰ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਨਾਲ ਦੀ ਨਾਲ ਸਮੁੱਚਾ ਜਿਹੜਾ ਪੰਜਾਬੀ ਜਾਂ ਜਿਹੜਾ ਸਿੱਖ ਸਾਈਕੀ ਆ ਉਹ ਵੀ ਸੋਚਣ ਤੇ ਮਜਬੂਰ ਹੋਈ ਆ ਕਿ ਆਖਿਰ ਕੀ ਵਜ੍ਹਾ ਹੁਣ ਕੀ ਲੋੜ ਪੈ ਗਈ। ਉਹ ਵੀ ਅਕਾਲ ਤਖਤ ਤੋਂ ਇਹ ਐਲਾਨ ਕੀਤਾ ਗਿਆ ਜਾਂ ਇਹ ਮੰਗ ਤੇ ਦੁਬਾਰਾ ਚਰਚਾ ਸ਼ੁਰੂ ਹੋਈ ਸੀ। ਤੇ ਸਾਡੇ ਨਾਲ ਅੱਜ ਅਸੀਂ ਇਸੇ ਮੁਤਲਕ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਜਿਨ੍ਹਾਂ ਦੀ ਕਰੀਬ 8 ਸਾਲ ਪਹਿਲਾਂ ਕਿਤਾਬ ਵੀ ਕਰੀਬ ਆਈ, ਖਾਲਿਸਤਾਨ ਸਟਰਗਲ ਏ ਨੌਨ ਮੂਵਮੈਂਟ। ਜਗਤਾਰ ਸਿੰਘ ਜੀ, ਪੰਜਾਬ ਦੀ ਸਿੱਖ ਪੋਲੀਟਿਕਸ ਨੂੰ, ਅਕਾਲ ਤਖਤ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਅੱਜ ਇਸੇ ਮੁਤਲਕ ਹੀ ਗੱਲਬਾਤ ਕਰਾਂਗੇ। ਭਾਈ, ਤੁਸੀਂ ਖਾਲਿਸਤਾਨ ਮੂਵਮੈਂਟ ਹੋਈ ਜਾਂ ਅਕਾਲ ਤਖਤ ਹੋਇਆ, ਇਹਨੂੰ ਚੰਗੀ ਤਰ੍ਹਾਂ ਸਮਝਦੇ ਜੇ ਤੇ ਤੁਸੀਂ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ। ਅਕਾਲ ਤਖਤ ਦੀ ਅਗਰ ਇਤਿਹਾਸ ਦੀ ਗੱਲ ਕੀਤੀ ਜਾਵੇ, 6ਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਗੱਲ ਕੀਤੀ ਜਾਵੇ, ਤੁਹਾਨੂੰ ਲੱਗਦਾ ਕਿ ਇਸ ਅਕਾਲ ਤਖਤ ਤੋਂ ਅਜਿਹੀ ਮੰਗ ਰੱਖਣਾ ਜਾਇਜ਼ ਆ, ਲੋੜੀ ਆ ਜਾਂ ਬਲੋੜੀ ਆ, ਜਾਂ ਕਿਸ ਤਰ੍ਹਾਂ ਦੀ ਮੋਹਰ ਲੱਗ ਚੁੱਕੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਅਕਾਲ ਤਖਤ ਬਾਰੇ ਦੋ ਗੱਲਾਂ ਕਰੂੰਗਾ। ਅਕਾਲ ਤਖਤ ਸਟੇਟ ਪਾਵਰ ਦਾ ਸਿੰਬਲ ਹੈ, ਇਹ ਗੁਰਦੁਆਰਾ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਹੁਣ SGPC ਨੇ 3-4 ਥਾਂ 'ਤੇ ਉੱਥੇ ਗ੍ਰੰਥ ਸਾਹਿਬ ਰੱਖੇ ਹੋਏ ਹੈ। ਪਹਿਲਾਂ ਇੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਤਰ੍ਹਾਂ ਨਹੀਂ ਸੀ ਹੁੰਦਾ। ਹੁਣ ਮੈਂ ਤੁਹਾਡੀ ਗੱਲ 'ਤੇ ਆਉਣਾ। ਤੁਸੀਂ ਗੱਲ ਮੰਗ ਦੀ ਕੀਤੀ ਹੈ, ਜਥੇਦਾਰ ਨੇ ਕਿਤੇ ਮੰਗ ਨਹੀਂ ਦੀ ਗੱਲ ਨਹੀਂ ਕੀਤੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੰਗਿਆ ਨਹੀਂ। ਇੱਕ ਨੈਰੇਟਿਵ ਹੈ 6 ਜੂਨ ਨੂੰ ਜਦੋਂ ਐਨੀਵਰਸਰੀ ਬਲੂ ਸਟਾਰ ਦੀ ਮਨਾਈ ਗਈ, ਅਸੀਂ ਵਾਰ-ਵਾਰ ਤਾਂ ਕਹਿੰਦੇ ਵੀ ਸਿੱਖਾਂ ਦੇ ਹਿਰਦੇ ਵਲੂੰਦਰੇ ਹੋਏ ਹੈ। ਜੇ ਹਿਰਦੇ ਵਲੂੰਦਰੇ ਹੋਏ ਹੈ ਤੇ ਉਹ ਵਲੂੰਦਰੇ ਹਿਰਦੇ ਦੇ ਵਿੱਚੋਂ ਕੋਈ ਤਾਂ ਪੀੜ ਨਿਕਲੇਗੀ ਨਾ। ਉਸ ਪੀੜ ਦੀ ਤਰਜਮਾਨੀ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੇ ਖਿਆਲ ਦੇ ਵਿੱਚ ਕੀਤੀ ਹੈ। ਮੈਂ ਦੁਬਾਰਾ ਫਿਰ ਇਹ ਕਲੀਅਰ ਕਰ ਦਿਆਂ ਕਿ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਮੰਗੀ। ਇੱਕ ਸਵਾਲ ਪੁੱਛਿਆ ਗਿਆ ਵੀ ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ। ਉਹਨਾਂ ਨੇ ਕਿਹਾ ਕਿ ਹਰ ਸਿੱਖ ਦੀ ਤਮੰਨਾ ਹੈ ਜਾਂ ਹਰ ਸਿੱਖ ਦਾ ਸੁਪਨਾ ਹੈ। ਗੱਲ ਇੱਥੇ ਤੱਕ ਹੀ ਸੀ। ਇਹਨੂੰ ਮੇਰੇ ਖਿਆਲ ਦੇ ਵਿੱਚ ਹੋਰ ਢੰਗ ਨਾਲ ਅੱਗੇ ਪੇਸ਼ ਕੀਤਾ ਗਿਆ ਵੀ ਉਹਨਾਂ ਦੀ ਮੰਗ ਹੈ, ਮੰਗ ਨਹੀਂ ਕੀਤੀ ਉਹਨਾਂ ਨੇ। ਲੇਕਿਨ ਕਿਸੇ ਵੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਾਂ ਅਕਾਲ ਤਖਤ ਐਜ ਇੰਸਟੀਟਿਊਸ਼ਨ ਵੱਲੋਂ ਪਹਿਲੀ ਵਾਰ ਇਸ ਮੰਗ ਦੇ ਉੱਤੇ ਮੋਹਰ ਲੱਗੀ ਹੈ, ਜਾਂ ਤੇ ਇਹਦੇ ਸਿਰਫ ਮੋਹਰ ਹੀ ਨਹੀਂ ਲੱਗੀ। ਇਹ ਉਹ ਮੈਂ ਲਫ਼ਜ਼ ਵਰਤੂੰਗਾ, ਭਾਵੇਂ ਇੱਕ ਸੈਕਸ਼ਨ ਕਹਿ ਲਓ, ਉਹਨਾਂ ਦਾ ਸੁਪਨਾ ਸੀ ਸਿੱਖ ਸਟੇਟ, ਜਿਹਦੇ ਪਿੱਛੇ ਸੈਂਕੜੇ ਜਵਾਨਾਂ ਨੇ ਆਪਣਾ ਖੂਨ ਦਿੱਤਾ ਹੈ। ਤੇ ਆਈਡੀਆ ਕਦੇ ਮਰਿਆ ਨਹੀਂ ਕਰਦਾ। ਜਿਸ ਇਸ਼ੂ ਦੇ ਉੱਤੇ ਐਡਾ ਵੱਡਾ ਸੰਘਰਸ਼ ਲੜਿਆ ਗਿਆ ਹੋਵੇ, ਉਹ ਇਸ਼ੂ ਆਪਣੇ ਆਪ ਇਸ ਤਰ੍ਹਾਂ ਨਾ ਤਾਂ ਫੇਜ਼ ਆਊਟ ਹੁੰਦਾ, ਨਾ ਡਾਈ ਡਾਊਨ ਹੁੰਦਾ। ਪਹਿਲੀ ਵਾਰ ਅਕਾਲ ਤਖਤ ਦੇ ਇੰਸਟੀਟਿਊਸ਼ਨ ਵੱਲੋਂ ਉਸ ਸੰਘਰਸ਼ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਇਹ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੱਡੀ ਇਹਦੀ ਡਾਇਮੈਂਸ਼ਨ ਹੈ ਇਸ ਮੰਗ ਦੀ, ਉਹ ਇਸ਼ੂ ਦੀ। ਮੈਂ ਮੰਗ ਲਫ਼ਜ਼ ਨਹੀਂ ਵਰਤੂੰਗਾ। ਮੇਰੇ ਕਹਿਣ ਦਾ ਮਤਲਬ ਕਿ ਕੋਈ ਆਪਾਂ ਪ੍ਰੈਸ ਵਾਲੇ, ਸਾਡਾ ਤੇ ਕੰਮ ਸਵਾਲ ਪੁੱਛਣਾ, ਔਰ ਕਈ ਜਿਹੜੇ ਸਿਆਣੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਸਵਾਲ ਦਾ ਜਵਾਬ ਦੇਣਾ ਹੋਰ ਢੰਗ ਨਾਲ ਦੇ ਜਾਂਦੇ ਨੇ। ਤਾਂ ਲੱਗਦਾ ਕਿ ਹਰਪ੍ਰੀਤ ਸਿੰਘ ਹੋਣਾ ਵੀ ਜਵਾਬ ਨੂੰ ਟਰਕਾ ਸਕਦੇ, ਸਵਾਲ ਨੂੰ ਟਰਕਾ ਸਕਦੇ ਸੀ, ਲੇਕਿਨ ਉਹਨੇ ਜਾਣ ਕੇ ਦਿੱਤਾ ਹੈਗਾ। ਮਤਲਬ ਪ੍ਰੈਸ ਵਾਲਿਆਂ ਦਾ ਕੰਮ ਸਵਾਲ ਪੁੱਛਣਾ, ਉਹ ਸਵਾਲ ਨੂੰ ਨਜ਼ਰਅੰਦਾਜ਼ ਕਰ ਸਕਦੇ ਸੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ। ਕੋਈ ਵੀ ਪੋਲੀਟੀਸ਼ੀਅਨ ਕਿਸੇ ਵੀ ਇਸ਼ੂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਲੇਕਿਨ ਇਹ ਸਵਾਲ ਪੁੱਛਣ ਦੀ ਨੌਬਤ ਕਿਉਂ ਆਈ, ਇਹ ਵੀ ਦੇਖਣਾ ਪਏਗਾ। ਫੰਕਸ਼ਨ ਦੇ ਦੌਰਾਨ ਜਿਹੜੀ ਉਹਨਾਂ ਨੇ ਸਪੀਚ ਕੀਤੀ, ਇਹ ਜਾਇਜ਼, ਇਹ ਜਿਹੜਾ ਸਵਾਲ ਹੈ ਉੱਥੋਂ ਨਿਕਲਦਾ ਹੈ। ਉਹਨਾਂ ਨੇ ਉਸ ਸਪੀਚ ਦੇ ਵਿੱਚ ਖਾਲਿਸਤਾਨ ਦੀ ਗੱਲ ਸੱਚ ਨਹੀਂ ਕੀਤੀ, ਲੇਕਿਨ ਉਸ ਸੰਘਰਸ਼ ਦੇ ਬਾਰੇ ਗੱਲ ਕੀਤੀ ਵੀ ਇਸ਼ੂ ਕੀ ਸੀ, ਸਿੱਖਾਂ ਨਾਲ ਕਿਵੇਂ ਧੱਕਾ ਹੁੰਦਾ ਰਿਹਾ। ਸਿੱਖਾਂ ਦੇ ਨਾਲ ਹੁੰਦੇ ਧੱਕੇ ਦੇ ਵਿੱਚੋਂ ਹੀ ਅੱਗੇ ਖਾਲਿਸਤਾਨ ਦੀ ਮੰਗ ਉੱਠੀ ਹੈ। ਨੈਰੇਟਿਵ ਤਾਂ ਇਸ ਤਰ੍ਹਾਂ ਬਿਲਟ ਹੁੰਦਾ ਨਾ, ਜਦੋਂ ਅਸੀਂ ਕਹਿੰਦੇ ਕਿ 47 ਦੇ ਵਿੱਚ
ਪੰਜਾਬੀਆਂ ਨੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਤੇ 47 ਦਾ ਸੰਤਾਪ ਵੀ ਸਭ ਤੋਂ ਜ਼ਿਆਦਾ ਇਸੇ ਖਿੱਤੇ ਨਹੀਂ ਚੱਲਿਆ। ਜੀ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਹੈ ਉਹ ਤਾਂ ਪੰਜਾਬ ਦੀ ਵੰਡ ਸੀ। ਜੀ ਜੀ ਤੇ ਪਾਰਟੀਸ਼ਨ ਤੋਂ ਬਾਅਦ ਇਮੀਡੀਏਟਲੀ ਜਦੋਂ ਇੱਥੇ ਸਿੱਖਾਂ ਨੇ ਆਪਣੇ ਇਸ਼ੂਜ਼ ਟੇਕ ਅਪ ਕੀਤੇ ਅਕਾਲੀ ਦਲ ਦੇ ਥਰੂ, ਤੇ ਉੱਥੇ ਜਿਹੜਾ ਐਟੀਟਿਊਡ ਉਸ ਵੇਲੇ ਦੀ ਸਟੇਟ ਨੇ ਅਪਣਾਇਆ, ਰੋਲ ਕਾਂਗਰਸ ਦਾ ਸੀ, ਉਹਦੇ ਵਿੱਚੋਂ ਇਹ ਨੈਰੇਟਿਵ ਹੌਲੀ ਹੌਲੀ ਬਿਲਡ ਹੋਣਾ ਸ਼ੁਰੂ ਹੋ ਗਿਆ। ਪਰ ਸਵਾਲ ਤੇ ਨਾ ਕਿ ਜਿਹੜਾ ਉਸ ਦਿਖਾਂਤ ਨੂੰ ਲੈ ਕੇ, ਕਿਉਂਕਿ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਜਾਂ ਲਾਗੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਬੈਠੇ, ਡਾਇਰੈਕਟਲੀ ਅਕਾਲੀ ਦਲ ਦੀ ਜਮਾਤ ਆ ਜੀ, ਔਰ ਉਸ ਅਕਾਲੀ ਦਲ ਨੇ ਇਸ ਦਿਖਾਂਤ ਤੋਂ ਲੈ ਕੇ ਸਿੱਖਾਂ ਦੇ ਨਾਲ ਹੋਏ ਘੋਰ ਇਨਸਾਫ ਨੂੰ ਲੈ ਕੇ 1967 ਤੋਂ ਲੈ ਕੇ 2017 ਤੱਕ ਕਈ ਵਾਰ ਸਰਕਾਰਾਂ ਵੀ ਬਣਾ ਲਈਆਂ ਜੀ। ਨਹੀਂ, ਇਸ ਤੋਂ ਆਪਾਂ ਅੱਗੇ ਚੱਲੀਏ। ਬਾਦਲ ਸਾਹਿਬ ਨੇ ਸਾਈਨ ਕੀਤੇ ਇੱਕ ਮੈਮੋਰੈਂਡਮ ਤੇ ਜਿਹੜਾ ਯੂਐਨਓ ਨੂੰ ਦਿੱਤਾ ਗਿਆ ਸੀਗਾ, ਸੈਕਟਰੀ ਜਨਰਲ ਨੂੰ। ਖਾਲਿਸਤਾਨ ਦੀ ਉਹਦੇ 'ਚ ਮੰਗ ਸੀ, ਉਹਦੇ 'ਤੇ ਬਾਦਲ ਸਾਹਿਬ ਦਾ ਸਾਈਨ ਹੈਗੇ ਹੈ। ਤੇ ਉਸ ਤੋਂ ਪਹਿਲਾਂ ਜੇ ਤੁਸੀਂ ਬਾਦਲ ਸਾਹਿਬ ਦੇ ਬਿਆਨ ਵੱਖਰੇ ਵੱਖਰੇ ਪੜ੍ਹੋ, 91 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਵਾਲ ਪੁੱਛੇ ਇਸ ਤਰ੍ਹਾਂ ਹੀ ਜਰਨਲਿਸਟਾਂ ਨੇ, ਤੇ ਇਹਨਾਂ ਨੇ ਕਿਹਾ ਸੀ ਵੀ ਜੇ ਕੇਂਦਰ ਨੇ ਗੱਲ ਕਰਨੀ ਹੈ ਤੇ ਮੁੱਖ ਧਿਰ ਤਾਂ ਇਸ ਵੇਲੇ ਖਾੜਕੂ ਹੈਗੇ ਹੈ, ਉਹਨਾਂ ਨਾਲ ਗੱਲ ਕਰਨ, ਸੰਘਰਸ਼ ਉਹ ਲੜ ਰਹੇ ਹੈ। ਇੱਕ ਪਾਸੇ ਬਾਦਲ ਸਾਹਿਬ ਉਹ ਬਿਆਨ ਦੇ ਰਹੇ ਸੀਗੇ, ਹੁਣ ਉਹਨਾਂ ਦਾ ਸਟੈਂਡ ਵੱਖਰਾ ਹੈ। ਇਹ ਜਿਹੜਾ ਮੌਕਾ ਪ੍ਰਸਤੀ ਦੀ ਸਿਆਸਤ ਹੈ, ਇਹ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ, ਸਿੱਖਾਂ ਨੂੰ ਕਿੱਥੇ ਲੈ ਕੇ ਜਾ ਰਹੀ ਹੈ। ਇੱਕ ਕਲੀਅਰ ਸਟੈਂਡ ਲਓ। ਜੇ ਤੁਸੀਂ ਅਗੇਂਸਟ ਹੈ ਕਿਸੇ ਇਸ਼ੂ ਦੇ, ਉਹਦਾ ਡਟ ਕੇ ਮੁਖਾਲਫਤ ਕਰੋ। ਜੇ ਹੱਕ 'ਚ ਹੈ ਫਿਰ ਹੱਕ 'ਚ ਰਹੋ। ਲੋਕਾਂ ਨੂੰ ਕਿਉਂ ਤੁਸੀਂ ਵਰਗਲਾ ਕੇ ਸਿਆਸਤ ਦੇ ਵਿੱਚ ਪਾਵਰ ਲੈਂਦੇ ਹੋ? ਜਿਹੜੀ ਗੱਲ ਤਾਂ ਤੁਸੀਂ ਕਹਿ ਰਹੇ ਵੀ ਹੁਣ ਵੀ SGPC ਤੇ ਇਹ ਡੋਮੀਨੇਟ ਕਰਦੇ ਹੈ, ਇਹ ਵੀ ਕਿਹਾ ਜਾਂਦਾ ਹੈ ਵੀ ਹੋ ਸਕਦਾ ਕਿ ਇਹ ਬਿਆਨ ਬਾਦਲ ਫੈਮਿਲੀ ਨੇ ਜਥੇਦਾਰ ਹਰਪ੍ਰੀਤ ਸਿੰਘ ਤੋਂ ਦਵਾਇਆ ਹੋਵੇ। ਇਹ ਲਗਾਤਾਰ ਉਸੇ ਵੇਲੇ ਹੀ ਕੁਝ ਮਿੰਟਾਂ ਬਾਅਦ ਇਹ ਨੈਰੇਟਿਵ ਸੋਸ਼ਲ ਮੀਡੀਆ ਤੇ ਆਉਣਾ ਸ਼ੁਰੂ ਹੋ ਗਿਆ ਸੀ ਕਿ ਇਹਦੇ ਪਿੱਛੇ ਬਾਦਲ ਪਰਿਵਾਰ ਦਾ ਸਿਆਸੀ ਮਕਸਦ ਹੈ। ਤੇ ਲੱਗਦਾ ਅਗਰ ਆਪਾਂ ਮੰਨ ਲਈਏ ਲੋਕਾਂ ਦਾ, ਕਿਉਂਕਿ ਲੋਕ ਜੋ ਸੋਚਦੇ ਮਹਿਸੂਸ ਕਰਦੇ ਨੇ ਉਹ ਕਿਤੇ ਨਾ ਕਿਤੇ ਤੇ ਸਮਝ ਰੱਖਣ ਵਾਲੇ ਲੋਕ ਨੇ, ਅਕਾਲੀ ਦਲ ਅਗਰ ਇੱਦਾਂ ਦੀ ਕੋਸ਼ਿਸ਼ ਕਰਦਾ ਹੈਗਾ ਉਹ ਤਾਂ ਲੱਗਦਾ ਕਿ ਸੱਤਾ ਦੇ ਨੇੜੇ ਪਹੁੰਚ ਜਾਊਗਾ ਜੀ। ਮੈਂ ਇਹਨੂੰ ਇਸ ਢੰਗ ਨਾਲ ਨਹੀਂ ਲੈਂਦਾ। ਮੈਂ ਸਿਰਫ ਖਾਲਿਸਤਾਨ ਦੇ ਇਸ਼ੂ ਦੀ ਗੱਲ ਕਰਦਾ। ਅਕਾਲੀ ਦਲ ਨੂੰ ਇੱਕ ਵਾਰੀ ਪਾਸੇ ਕਰ ਦੇਣਾ, ਉਹ ਤੁਹਾਡੀ ਗੱਲ ਦਾ ਵੀ ਮੈਂ ਜਵਾਬ ਬਾਅਦ ਦੇ ਵੀ ਦੇ ਦੇਣਾ। ਮੇਰਾ ਇਸ਼ੂ ਇਹ ਹੈ ਕਿ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਇਸ਼ੂ ਟੇਕ ਅਪ ਕੀਤਾ, ਜਾਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਉਹ ਪੂਰਾ ਨੈਰੇਟਿਵ ਬਿਲਡ ਕੀਤਾ ਜਿਹੜੀ ਗੱਲ ਉਹ ਪਹਿਲਾਂ ਅੰਦਰ ਕਰਦੇ ਆ ਰਹੇ ਸੀਗੇ। ਇਹਦੀ ਫਾਲੋ ਆਊਟ ਸਿੰਪਲ ਹੈ ਕਿ ਇਹਨੇ ਉਸ ਸੰਘਰਸ਼ ਤੇ ਮੋਹਰ ਲਾਈ ਹੈ। ਮੇਰੇ ਵਾਸਤੇ ਇਹ ਵੱਡੀ ਗੱਲ ਹੈ। ਮੈਂ ਪਹਿਲਾਂ ਵੀ ਸ਼ੁਰੂ ਕੀਤਾ ਕਿ ਮੈਂ ਇਸ ਗੱਲ 'ਚ ਨਹੀਂ ਪੈਂਦਾ ਕਿ ਇਹਦੇ ਪਿੱਛੇ ਕੌਣ ਹੈ। ਹੁਣ ਆਪਾਂ ਚੱਲਦੇ ਹਾਂ ਜੇ ਇਹਦੇ ਪਿੱਛੇ ਬਾਦਲ ਹੈਗੇ ਹੈ, ਕਿ ਇਹਨਾਂ ਨੂੰ ਇਹ ਇਸ਼ੂ ਮੁੜ ਕੇ ਸੱਤਾ 'ਚ ਲਿਆ ਸਕਦਾ ਜੀ। ਮੇਰੇ ਖਿਆਲ ਦੇ ਵਿੱਚ ਇਹ ਸੁਸਾਈਡਲ ਹੋਏਗਾ ਜੇ ਇਸ ਢੰਗ ਨਾਲ ਸਿਆਸਤ ਅੱਜ ਦੇ ਜ਼ਮਾਨੇ ਦੇ ਵਿੱਚ ਕੀਤੀ ਜਾਏ। ਅਕਾਲੀ ਦਲ ਅੱਜ ਦੇ ਜ਼ਮਾਨੇ ਦੇ ਵਿੱਚ ਹਿੰਦੂ ਵੋਟ ਤੋਂ ਬਿਨਾਂ ਪਾਵਰ 'ਚ ਨਹੀਂ ਆ ਸਕਦਾ। ਇਹ ਇਸ਼ੂ ਹੁਣ ਸਿੱਖਾਂ ਨੂੰ ਇਕੱਠੇ ਨਹੀਂ ਕਰ ਸਕਦਾ। ਬਾਦਲ ਪਰਿਵਾਰ ਦੀ ਲੀਡਰਸ਼ਿਪ ਦੇ ਵਿੱਚ ਬਿਲਕੁਲ ਹੀ ਨਹੀਂ ਕਰ ਸਕਦਾ। ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਜ਼ਰੂਰ ਹੈ। ਜੋ ਕੁਝ ਸਰਕਾਰ ਦੇ ਹੁੰਦਿਆਂ ਇਹਨਾਂ ਵੱਲੋਂ ਕੀਤਾ ਗਿਆ, ਉਹ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਸਰਕਾਰ ਵੀ ਇਸ ਤਰ੍ਹਾਂ ਨਹੀਂ ਕਰਦੀ ਹੁੰਦੀ ਜੋ ਬਰਗਾੜੀ ਦੇ ਮਾਮਲੇ 'ਚ ਹੋਇਆ। ਇੱਕ ਭਾਈ ਹੋਰ ਬੜੀ ਚਰਚਾ ਕਿ BJP ਨੂੰ ਡਰਾਉਣ ਵਾਸਤੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਵਰਤਿਆ ਗਿਆ ਹੈਗਾ। ਇਹਨੂੰ ਪੱਖ ਨੂੰ ਵੀ ਅਗਰ ਤੁਸੀਂ ਧਿਆਨ ਵਿੱਚ ਰੱਖਦੇ ਹੋ ਤਾਂ ਨਾਲ ਦੀ ਨਾਲ ਕੀ ਇਹ ਸ਼ਰਾਰਤ ਜਾਂ ਸਾਜ਼ਿਸ਼ ਤੇ ਨਹੀਂ ਸੀ? ਇਹ ਜਥੇਦਾਰ ਅਕਾਲ ਤਖਤ ਨੇ ਇਹ ਪਹਿਲੀ ਵਾਰ ਨਹੀਂ ਕਿ ਇਸ ਤਰੀਕੇ ਨਾਲ ਕੋਈ ਇਸ਼ੂ ਆਰਟੀਕੂਲੇਟ ਕੀਤਾ ਹੋਵੇ। ਜਦੋਂ ਦਾ ਇਹਨਾਂ ਨੂੰ ਚਾਰਜ ਮਿਲਿਆ ਹੈ ਉਸ ਤੋਂ ਬਾਅਦ ਲੈ ਲਓ CAA ਤੇ ਇਸ਼ੂ ਤੇ ਇਹਨਾਂ ਨੇ ਡਟ ਕੇ ਅਕਾਲੀ ਦਲ ਨਾਲੋਂ ਵੱਖਰਾ ਸਟੈਂਡ ਲਿਆ। ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਦੇ ਵਿੱਚ CAA ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਇਹਨਾਂ ਨੇ ਅਪੋਜ਼ ਕੀਤਾ ਬਾਹਰ। ਜੇ ਇਹਨਾਂ ਦੀ ਸਪੀਚ ਕਰਤਾਰਪੁਰ ਸਾਹਿਬ ਦੀ ਇਨੋਗ੍ਰੇਸ਼ਨ ਵਾਲੀ ਤੁਸੀਂ ਦੇਖੋ, ਉਹ ਬਿਲਕੁਲ ਡਿਫਰੈਂਟ ਹੈ। ਸੋ ਮੈਂ ਇਹਨਾਂ ਦੀ 6 ਜੂਨ ਦੀ ਸਪੀਚ ਨੂੰ ਵੀ ਉਸ ਤੋਂ ਇਨ ਆਈਸੋਲੇਸ਼ਨ ਨਹੀਂ ਲੈ ਰਿਹਾ।
ਉਹ ਲਗਾਤਾਰ ਗੱਲ ਕਰਦੇ ਆ ਰਹੇ, ਕਿਉਂਕਿ ਉਹ ਸਿਰਫ ਗਿਆਨੀ ਨਹੀਂ ਹੈ ਕਿ ਜਾਂ ਗ੍ਰੰਥੀ ਨਹੀਂ ਹੈ। ਹੀ ਇਜ਼ ਡੂਇੰਗ PhD ਇਨ ਕੰਪੈਰੇਟਿਵ ਰਿਲੀਜਨ। ਜੀ ਬਿਲਕੁਲ ਜੀ। ਹਾਂਜੀ, ਤੇ ਉਹਨੂੰ ਸਮਝ ਹੈ ਗੱਲ ਕਰਨ ਦੀ, ਇਸ਼ੂ ਦੀ ਸਮਝ ਹੈ। ਆਪਣੀ ਸਮਝ ਦੇ ਮੁਤਾਬਕ ਉਹਨਾਂ ਨੇ ਉਸ ਇਸ਼ੂ ਨੂੰ ਫਿਰ ਅੱਗੇ ਫਰਦਰ ਆਰਟੀਕੂਲੇਟ ਕੀਤਾ ਹੈ। ਜੇ ਕੋਈ ਕਰਾ ਰਿਹਾ ਹੈ ਤੇ ਉਹਨੂੰ ਸਿਆਸੀ ਲਾਭ ਇਹਦਾ ਉਸ ਢੰਗ ਨਾਲ ਨਹੀਂ ਹੋ ਸਕਦਾ। ਅਗਰ ਭਾਈ ਜਿਹੜੇ ਦੋਨੇ ਪੱਖ ਜਿਹੜੇ ਤੁਸੀਂ ਜ਼ਿਕਰ ਕੀਤੇ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਦਾ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਨੇ ਸਪੋਰਟ ਕੀਤੀ, ਅਕਾਲ ਤਖਤ ਦੇ ਸਟੇਜ ਤੋਂ ਵਿਰੋਧ ਕੀਤਾ ਗਿਆ, ਕਰਤਾਰਪੁਰ ਕੋਰੀਡੋਰ ਦਾ ਜਦੋਂ ਉਦਘਾਟਨ ਹੋਇਆ ਉਹਨਾਂ ਦੀ ਸਪੀਚ ਵੱਖਰੀ ਆ ਗਿਆ, ਔਰ ਜਿਸੇ ਤੁਸੀਂ ਅਕਸਰ ਕਹਿੰਦੇ ਇਹ ਸਟੇਟ ਵਿਦਨ ਦਾ ਸਟੇਟ ਆ। ਇੱਕ ਪ੍ਰਧਾਨ ਮੰਤਰੀ ਇੱਕ ਮੁੱਖ ਮੰਤਰੀ ਦਾ ਬੋਲਿਆ ਹੋਇਆ ਵੀ ਕਾਨੂੰਨ ਮੰਨਿਆ ਜਾਂਦਾ, ਫਿਰ ਸਿਮਰਲੀ ਤੁਹਾਨੂੰ ਲੱਗਦਾ ਕਿ ਅਕਾਲ ਤਖਤ ਜਿਹੜਾ ਸਟੇਟ ਵਿਦਨ ਦਾ ਸਟੇਟ ਆ ਉਹਦਾ ਬੋਲਿਆ ਹੋਇਆ ਵੀ ਇੱਕ ਸਿੱਖ ਕੌਮ ਵਾਸਤੇ ਇੱਕ ਕਾਨੂੰਨ ਦੇ ਬਰਾਬਰ ਆ? ਜਿਹੜੀ ਟ੍ਰੈਡੀਸ਼ਨ ਅਕਾਲ ਤਖਤ ਦਾ ਇੰਸਟੀਟਿਊਸ਼ਨ ਗਰੋ ਕੀਤਾ ਹੈ ਉਸੇ ਹੀ ਫਾਰਮੂਲੇਸ਼ਨ ਤੇ ਗਰੋ ਕੀਤਾ ਹੈ ਜੀ ਕਿ ਇਹ ਸਟੇਟ ਪਾਵਰ ਦਾ ਸਿੰਬਲ ਹੈ। ਜੀ ਜੀ। ਤੇ ਜਿਹੜੀ ਗੱਲ ਇੱਥੇ ਕੀਤੀ ਜਾਏਗੀ ਉਹ ਸਾਰੇ ਸਿੱਖ ਉਹਨੂੰ ਮੰਨਣਗੇ, ਲੇਕਿਨ ਉਹਦਾ ਇੱਕ ਤਰੀਕਾ ਪਹਿਲਾਂ ਵੱਖਰਾ ਹੁੰਦਾ ਸੀ। ਇਹ ਪਲੇਟਫਾਰਮ ਸੀ ਸਿੱਖਾਂ ਦਾ ਡੈਮੋਕ੍ਰੈਟਿਕ, ਜੀ ਜੀ। ਜਿੱਥੇ ਬੈਠ ਕੇ ਸਿੱਖਾਂ ਦੇ ਨੁਮਾਇੰਦੇ ਇਕੱਠੇ ਹੋ ਕੇ ਡੈਮੋਕ੍ਰੈਟਿਕਲੀ ਇੱਕ ਫੈਸਲਾ ਕਰਦੇ ਸੀ। ਉਹਦੇ ਅਨਾਉਂਸਮੈਂਟ ਅਕਾਲ ਤਖਤ ਤੋਂ ਕੀਤੀ ਜਾਂਦੀ ਸੀ। ਇਹ ਕਿਸੇ ਇੰਡੀਵਿਜੂਅਲ ਦੀ ਪਾਵਰ ਨਹੀਂ ਸੀ। ਜੀ। ਇੰਸਟੀਟਿਊਸ਼ਨ ਦੀ ਆਰਟੀਕੂਲੇਸ਼ਨ ਜ਼ਰੂਰ ਇੱਕ ਇੰਡੀਵਿਜੂਅਲ ਕਰਦਾ ਹੈ, ਜੀ। ਲੇਕਿਨ ਉਹਦੀ ਫੈਸਲਾ ਲੈਣ ਦੀ ਇੱਕ ਵਿਧਾਨ ਹੋਣਾ ਚਾਹੀਦਾ ਹੈ। ਉਹ ਇਸ ਵੇਲੇ ਨਹੀਂ ਹੈ। ਜੀ। ਉਹ ਪਾਰਟ ਮਿਸਿੰਗ ਹੈ, ਲੇਕਿਨ ਇੰਸਟੀਟਿਊਸ਼ਨ ਤਾਂ ਕਾਇਮ ਹੈ। ਉਹਦੀ ਫੰਕਸ਼ਨਿੰਗ ਕਿਵੇਂ ਇੰਪਰੂਵ ਕਰਨੀ ਹੈ, ਟਿਊਨ ਅਪ ਕਰਨੀ ਹੈ, ਇਹ ਫੈਸਲਾ ਕੌਮ ਨੇ ਕਰਨਾ ਹੈ। ਅੱਛਾ, ਕਿ ਤੁਹਾਨੂੰ ਲੱਗਦਾ ਕਿ ਇਸ ਮੌਕੇ ਤੇ ਜਾਂ ਸ਼੍ਰੋਮਣੀ ਅਕਾਲੀ ਜਾਂ ਕਾਂਗਰਸ ਪਾਰਟੀ ਜਿਹਦੇ ਹੁਣ ਸਰਕਾਰ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉੱਧਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਉਹ ਇਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਪੱਤਰਕਾਰ ਦੇ ਸਵਾਲ ਦੇ ਪ੍ਰੈਸ ਦੇ ਸਵਾਲ ਤੇ ਮਰਕੀ ਕੇ ਸੈਂਟਰ ਦੇ ਦਿੰਦਾ ਤੇ ਸਾਨੂੰ ਖੁਸ਼ੀ ਹੋਏਗੀ, ਉਹ ਚੁੱਪ ਨੇ ਸਾਰੀਆਂ ਧਿਰਾਂ ਜੀ। ਮੇਰੇ ਖਿਆਲ ਦੇ ਵਿੱਚ ਜੇ ਪੱਤਰਕਾਰ ਇਹਨਾਂ ਨੂੰ ਪੁੱਛਣ ਤਾਂ ਜਵਾਬ ਦੇਣਗੇ ਜੀ ਕਿ ਇਹ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਪ੍ਰੈਸ ਕਾਨਫਰੰਸ ਹੁਣ ਤੱਕ ਪੁੱਛਿਆ ਗਿਆ ਕਿ ਨਹੀਂ ਪੁੱਛਿਆ ਗਿਆ, ਜਿਹੜੀਆਂ ਚੰਡੀਗੜ੍ਹ 'ਚ ਹੋਈਆਂ। ਮੇਰੇ ਖਿਆਲ ਦੇ ਵਿੱਚ ਜੋ ਕੁਝ ਮੈਂ ਪੜ੍ਹ ਰਿਹਾ ਉਹਦੇ ਵਿੱਚ ਤਾਂ ਨਹੀਂ ਪੁੱਛਿਆ ਗਿਆ। ਜਦੋਂ ਪੁੱਛੋਗੇ ਉਹਨਾਂ ਦਾ ਕੀ ਜਵਾਬ ਆਉਂਦਾ ਹੈ ਉੱਥੋਂ ਗੱਲ ਸਪਸ਼ਟ ਹੋਏਗੀ, ਅਦਰਵਾਈਜ਼ ਤਾਂ ਇਹ ਕੁਐਸਚਨ ਹਾਈਪੋਥੈਟੀਕਲ ਹੈ। ਪਰ ਤਾਂ ਲੱਗਦਾ ਕਿ ਉਹਨਾਂ ਦੀ ਵੀ ਆਪਣੀ ਜ਼ਿੰਮੇਵਾਰੀ ਹੈਗੀ ਆ, ਜਿਨ੍ਹਾਂ ਨੇ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੂਨ ਡੁੱਲਿਆ ਹੈਗਾ, ਘਰ ਦੇ ਘਰ ਉਜੜ ਗਏ ਸੀ, ਸੁਹਾਗ ਉਜੜ ਗਏ ਸੀ, ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਸੀ। ਇਹਨਾਂ ਤਿੰਨਾਂ ਲੋਕਾਂ ਦੀ ਜ਼ਿੰਮੇਵਾਰੀ ਇਸ ਟਾਈਮ ਤਿੰਨੇ ਵੱਲੋਂ ਵੀ ਇਹ ਜ਼ਿੰਮੇਵਾਰੀ ਕਿ ਜਿਹਨਾਂ ਦਾ ਖੂਨ ਡੁੱਲਿਆ ਹੈ ਉਹਨਾਂ ਦਾ ਕੀ ਕਰਨਾ ਹੈ। ਉਹ ਵੀ ਤਾਂ ਕੋਈ ਨਾ ਕੋਈ ਹਿਸਾਬ ਮੰਗੇਗਾ ਨਾ। ਆਈਡੀਆ ਕਦੇ ਇਸ ਤਰ੍ਹਾਂ ਮਰਿਆ ਨਹੀਂ ਕਰਦਾ, ਮੈਂ ਪਹਿਲਾਂ ਵੀ ਕਿਹਾ ਸੀਗਾ। ਜੇ ਆਈਡੀਆ ਖੜਾ ਹੈ ਤੇ ਇਹ ਵੀ ਇਹਨਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਸੰਘਰਸ਼ ਦਾ ਕਲੋਜ਼ਰ ਕਿਵੇਂ ਅਟੈਂਪਟ ਕਰਨਾ ਹੈ। ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੇ 3 ਸਰਕਾਰਾਂ ਲਗਾਤਾਰ 5-5 ਸਾਲ ਦੀਆਂ ਬਣਾਈਆਂ। ਇਹਨਾਂ ਜ਼ਿੰਮੇਵਾਰੀ ਨਹੀਂ ਸੀ ਇਹਨਾਂ ਦੀ ਕਿ ਉਸ ਵੇਲੇ ਇਹ ਸਟੈਪਸ ਲੈਂਦੇ ਤਾਂ ਕਿ ਜਿਹੜੇ ਲੋਕ ਬਰਬਾਦ ਹੋਏ ਹੈ ਜਾਂ ਜਿਹੜੇ ਇਸ ਮੂਵਮੈਂਟ ਦਾ ਕਲੋਜ਼ਰ ਹੈ ਉਸ ਪਾਸੇ ਵਧਿਆ ਜਾਵੇ। ਇਹਨਾਂ ਨੇ ਇੱਕ ਸਟੈਪ ਨਹੀਂ ਲਿਆ, ਰਾਦਰ ਜਿਹੜੇ ਪੁਲਿਸ ਅਫਸਰ ਬਦਨਾਮ ਸੀ ਆਈਡੀਆ ਕਾਇਮ ਰਹੇ, ਆਈਡੀਆ ਸ਼ਾਇਦ ਉਦੋਂ ਵੀ ਕਾਇਮ ਰਹੇ। ਇਹਦਾ ਇਨਸਾਫ ਮਿਲਣਾ ਚਾਹੀਦਾ ਸੰਘਰਸ਼ ਦਾ। ਜਦੋਂ ਇਹਨਾਂ ਦੀ ਸਰਕਾਰ ਸੀ ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਉੱਥੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਸੀ। ਉਹ ਲੱਗਦਾ ਕਿ ਉਸ ਸੈਕਸ਼ਨ ਨੂੰ ਕੀਤਾ ਜਾ ਰਿਹਾ ਕਿ ਜਾਂ ਜਿਹੜਾ ਪੰਜਾਬੀ ਲੋਕ ਬੇਕਸੂਰ ਮਾਰੇ ਗਏ ਉਹਨਾਂ ਨੂੰ ਵੀ ਬਰਾਬਰ ਇਨਸਾਫ ਦੇਣਾ ਬਣਦਾ ਹੈਗਾ ਸੀ। ਇੱਕ ਸਟੇਟਮੈਂਟ ਇਸ਼ੂ ਹੋਈ ਸੀ ਜਿਸ 'ਤੇ ਮੈਂ ਵੀ ਸਾਈਨ ਕੀਤੇ ਸੀ। ਅਸੀਂ ਕਿਹਾ ਸੀ ਕਿ ਇੱਕ ਪੀਸ ਮੈਮੋਰੀਅਲ ਸਾਰੇ ਮੂਵਮੈਂਟ ਦਾ ਬਣਨਾ ਚਾਹੀਦਾ ਜਿਹਦੇ 'ਚ ਜਿਹੜਾ ਵੀ ਖੂਨ ਡੁੱਲਿਆ, ਖੂਨ ਦਾ ਰੰਗ ਇੱਕ ਹੈ। ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਹਿੰਦੂ ਦਾ ਡੋਲਿਆ ਸਿੱਖ ਦਾ ਡੋਲਿਆ। ਜੇ ਇਹੀ ਅਕਾਲੀ ਦਲ ਉਸ ਵੇਲੇ ਪੀਸ ਮੈਮੋਰੀਅਲ ਦੀ ਗੱਲ ਕਰਦਾ ਤੇ ਇਸ਼ੂ ਕਲੋਜ਼ਰ ਵੱਲ ਇੱਕ ਸਟੈਪ ਲਿਆ ਜਾਣਾ ਸੀ। ਇਹਨਾਂ ਨੇ ਉਹ ਨਹੀਂ ਲਿਆ। ਇਹਨਾਂ ਨੇ ਇੱਕ ਤਬਕੇ ਨੂੰ ਖੁਸ਼ ਕਰਨ ਵਾਸਤੇ ਫਿਰ
ਜਿਹੜਾ ਸੰਤ ਜਰਨੈਲ ਸਿੰਘ ਦਾ ਮੈਮੋਰੀਅਲ ਸੀ ਉਹ ਗੁਰਦੁਆਰਾ ਨਹੀਂ ਮੈਮੋਰੀਅਲ ਹੈ। ਮੈਂ ਹਰ ਇੱਕ ਨੂੰ ਗੁਰਦੁਆਰਾ ਨਹੀਂ ਕਹਿੰਦਾ। ਉਹਦੀ ਯਾਦਗਾਰ ਬਣਾਉਣ ਦਾ ਫੈਸਲਾ ਕਰ ਲਿਆ, ਜਦ ਕਿ ਇਹਨਾਂ ਦਾ ਜਿਹੜਾ ਸੀ ਮੈਮੋਰੰਡਮ ਜਾਂ ਪਹਿਲਾ ਫੈਸਲਾ ਅਕਾਲੀ ਦਲ ਦਾ ਇਹ ਯਾਦਗਾਰ ਬਣਾਉਣ ਦਾ ਅਕਤੂਬਰ 1984 ਦਾ ਸੀ। ਮੁੜ ਕੇ ਅਕਾਲੀ ਦਲ ਭੁੱਲ ਗਿਆ ਇਹਨੂੰ, ਤੇ 2001 ਜਾਂ 2 'ਚ ਵੀ ਕਿਤੇ ਗੱਲ ਉੱਠੀ ਸੀਗੀ। ਫਿਰ ਇਹ ਤੁਹਾਨੂੰ ਯਾਦ ਹੋਵੇ ਦਲ ਖਾਲਸਾ ਵੱਲੋਂ ਇਸ਼ੂ ਟੇਕਅਪ ਕੀਤਾ ਜਾਂਦਾ ਰਿਹਾ ਕਿ ਇਹ ਯਾਦਗਾਰ ਬਣਨੀ ਚਾਹੀਦੀ ਹੈ। ਜਦੋਂ ਇਹਨਾਂ ਨੂੰ ਲੱਗਿਆ ਵੀ ਹੁਣ ਸਾਡੀ ਸਿਆਸੀ ਲੋੜ ਹੈ, ਉਦੋਂ ਜਾ ਕੇ ਇਹਨਾਂ ਨੇ ਇਹ ਬਣਾਇਆ। ਲੱਗਦਾ ਨਹੀਂ ਅਕਾਲੀ ਦਲ ਦੀ ਸੌੜੀ ਸੋਚ ਕਰਕੇ ਜਾਂ ਨਿੱਜੀ ਸੋਚ ਕਰਕੇ ਪਹਿਲਾਂ ਜਿਸ ਤਰ੍ਹਾਂ ਅਕਸਰ ਕਹਿੰਦੇ ਕਿ ਬਹੁਤ ਵੱਡਾ ਪੰਜਾਬ ਸੀ, ਪੰਜਾਬੀ ਸੂਬੀ ਬਣਾ ਦਿੱਤੀ ਹੈਗੀ, ਪੰਜਾਬ ਸੂਬੀ ਬਣਾ ਦਿੱਤੀ ਗਈ ਹੈ। ਸਿੱਖ ਵੀ ਉਹਨੂੰ ਵੀ ਇੰਨਾ ਬੜਾ ਲਿਮਟਿਡ ਜਿਹਾ ਕਰ ਲਿਆ ਗਿਆ ਜੀ। ਆਪਾਂ ਇਹ ਦੇਖੀਏ ਵੀ ਜਿਹੜੀ ਸੂਬੀ ਹੈ, ਇਹ ਜਦੋਂ ਸੂਬਾ ਸੀ ਉਦੋਂ ਕੀ ਸੀ। ਇੱਕ ਗੱਲ ਸਭ ਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ 1857 ਦੇ ਜਿਹੜੀ ਗਦਰ ਹੋਇਆ ਸੀ, ਉਸ ਤੋਂ ਬਾਅਦ ਦਿੱਲੀ, ਰੋਹਤਕ, ਹਿਸਾਰ, ਨਾਗੌਰ ਇਹ ਪੰਜਾਬ ਨਾਲ ਕੱਟ ਕੇ ਲਾਏ ਗਏ ਸੀ। ਪਹਿਲਾਂ ਨਹੀਂ ਸੀ। ਦਿੱਲੀ ਵੀ ਬੜੇ ਸਾਲ ਫਿਰ ਪੰਜਾਬ ਨਾਲ ਹੀ ਰਿਹਾ। ਜਦੋਂ ਦਿੱਲੀ ਨੂੰ ਬਾਹਰ ਕੱਢਿਆ, ਕੀ ਬਾਕੀ ਏਰੀਆ ਤੋਂ ਬਾਹਰ ਨਹੀਂ ਸੀ ਕੱਢੇ ਜਾਣੇ ਚਾਹੀਦੇ? ਇਸ ਏਰੀਏ ਦੀ ਕਲਚਰ ਜਾਂ ਲੈਂਗੁਏਜ ਪੰਜਾਬ ਨਾਲ ਨਹੀਂ ਸੀ ਮਿਲਦੀ। ਜਦੋਂ ਆਪਾਂ ਸੂਬੇ ਦੀ ਗੱਲ ਕਰਦੇ ਨਾ, ਮੈਂ ਉੱਥੇ ਆ ਰਿਹਾ। ਇਹ ਏਰੀਆ ਪੰਜਾਬ ਦਾ ਪਾਰਟ ਕਦੇ ਵੀ ਨਹੀਂ ਸੀ, ਨਾ ਪੰਜਾਬ ਦੇ ਇਕੋਸਿਸਟਮ ਦਾ ਪਾਰਟ ਸੀ। ਇਹ ਲੋਕ ਇਹ ਕਿਉਂ ਮੰਗ ਕਰਨ ਵੀ ਇਸ ਨੂੰ ਬਾਹਰ ਕੱਢ? ਸਰਕਾਰ ਨੂੰ ਆਪਣਾ ਵੀ ਚਾਹੀਦਾ ਸੀ ਨਾ। ਜਦੋਂ ਦਿੱਲੀ ਬਾਹਰ ਕੱਢੀ, ਇਹ ਏਰੀਆ ਵੀ ਬਾਹਰ ਕੱਢ ਦਿਓ, ਕੋਈ ਫਰਕ ਨਹੀਂ ਪੈਂਦਾ। ਪੰਜਾਬ ਤਾਂ ਉਸ ਵੇਲੇ ਬਹੁਤ ਵੱਡਾ ਸੀ, 47 ਦੇ ਵਿੱਚ ਡਿਵੀਜ਼ਨ ਹੁੰਦੀ ਹੈ। ਤਾਂ ਜਿਹੜਾ ਏਰੀਆ ਬਾਅਦ ਦੇ ਵਿੱਚ ਮਰਜ ਕੀਤਾ ਗਿਆ ਸੀ, ਉਹਦੀ ਮੰਗ ਨੂੰ ਲੈ ਕੇ ਜੇ ਇਸ਼ੂ ਉੱਠਦੇ ਹੈ ਕਿ ਇਹਨੂੰ ਬਾਹਰ ਕਰੋ, ਸਾਨੂੰ ਪੰਜਾਬੀ ਸੂਬਾ ਚਾਹੀਦਾ, ਉਹ ਮੰਗ ਤਾਂ ਜਾਇਜ਼ ਸੀ। ਉਹਦੀ ਬੈਕਗਰਾਊਂਡ ਵੀ ਦੇਖਣੀ ਪਏਗੀ। ਸੋ ਸੂਬੀ ਇਸ ਤਰ੍ਹਾਂ ਨਹੀਂ ਜਿਹੜਾ ਪ੍ਰਚਾਰ ਲਗਾਤਾਰ ਕੀਤਾ ਗਿਆ, ਮੈਨੂੰ ਸੂਬੀ ਬਣਾਤਾ, ਉਹ ਏਰੀਆ ਤਾਂ ਬਾਅਦ ਦੇ ਵਿੱਚ ਲੱਗੇ ਸੀ ਪੰਜਾਬ ਦੇ ਵਿੱਚ। ਅੱਛਾ, ਕੋਈ ਆ ਵੀ ਮੇਰਾ ਸਵਾਲ ਹੈ, ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਟੇਟਮੈਂਟ ਆ ਰਹੀ, ਉਹਦੇ ਨਾਲ ਲਾਜ਼ਮੀ ਤੌਰ 'ਤੇ ਜਿਹੜੀ ਕੋਈ ਵੀ ਜਿਹੜੀ ਸਟੈਬਲਿਸ਼ਮੈਂਟ ਹੈ, ਚਾਹੇ ਉਹ ਸਟੇਟ ਹੋਵੇ ਚਾਹੇ ਸੈਂਟਰ ਦੇ ਵਿੱਚ ਹੈਗਾ, ਤੁਹਾਨੂੰ ਲੱਗਦਾ ਕਿ ਉਹਨੂੰ ਹੋਰ ਚੌਕਸ ਕਰ ਦਿੱਤਾ? ਕਿਉਂਕਿ ਪੰਜਾਬ 'ਤੇ ਪਹਿਲਾਂ ਬੜਾ ਸੰਤਾਪ ਹੋ ਗਿਆ ਹੈਗਾ ਜੀ ਇਸ ਲਹਿਰ ਨੂੰ ਲੈ ਕੇ, ਜਿਹਨੂੰ ਤੁਸੀਂ ਵੀ ਕਿਹਾ ਗਿਆ ਕਿ ਇੱਕ ਨੌਨ ਮੂਵਮੈਂਟ ਹੈਗੀ ਸੀ ਜੀ। ਨਹੀਂ, ਬਿਲਕੁਲ ਮੈਂ ਇਸੇ ਤਰ੍ਹਾਂ ਕਹਿ ਰਿਹਾ ਵੀ ਉਸ ਸੰਘਰਸ਼ ਦਾ ਕਲੋਜ਼ਰ ਹੋਣਾ ਚਾਹੀਦਾ ਹੈ। ਸੰਘਰਸ਼ 'ਤੇ ਮੋਹਰ ਲੱਗ ਗਈ। ਸੋ ਇਹ ਗੱਲ ਅੱਗੇ ਚੱਲਦੀ ਹੈ। ਇਹਦੇ ਨਾਲ ਤਾਂ ਇਹਦੀਆਂ ਡਾਇਮੈਂਸ਼ਨ ਬਹੁਤ ਬਾਅਦ ਦੇ ਵਿੱਚ ਸਟੱਡੀ ਕੀਤੀਆਂ ਜਾਣਗੀਆਂ ਸਾਰੀਆਂ, ਲੇਕਿਨ ਇੱਕ ਵਾਰ ਤਾਂ ਗੱਲ ਫਿਰ ਤੁਰ ਪਈ। ਜਿਹੜਾ ਲੋਕਾਂ ਇਹ ਆਈਡੀਆ ਸੀ, ਦੁਬਾਰਾ ਫਿਰ ਡਿਸਕੋਰਸ ਦੇ ਵਿੱਚ ਆ ਗਿਆ। ਕਲੋਜ਼ਰ ਕਿਸ ਤਰ੍ਹਾਂ ਦਾ ਕਲੋਜ਼ਰ ਜੀ? ਮੈਂ ਉਹਦੀ ਵੀ ਗੱਲ ਕਰਦਾ। ਜਿਹੜੇ ਇਸ਼ੂਜ਼ ਨੂੰ ਲੈ ਕੇ ਸੰਘਰਸ਼ ਲੜਿਆ ਗਿਆ, ਤਾਂ ਉਸ ਤੋਂ ਬਾਅਦ ਜੋ ਕੁਝ ਹੋਇਆ, ਲੋਕਾਂ ਨੂੰ ਦੱਸੋ ਵੀ ਬਲੂ ਸਟਾਰ ਕਿਉਂ ਹੋਇਆ, ਸਾਰੇ ਰਿਕਾਰਡ ਉਹਦਾ ਪਬਲਿਸ਼ ਕਰੋ। ਕਿੰਨੇ ਲੋਕ ਫੇਕ ਐਨਕਾਊਂਟਰ 'ਚ ਮਾਰੇ ਗਏ, ਉਹ ਘੱਟੋ ਘੱਟ ਦੱਸੋ। ਜੇ ਪੁਲਿਸ ਵਾਲੇ 'ਤੇ ਐਕਸ਼ਨ ਨਹੀਂ ਲੈਣਾ, ਪ੍ਰੋਪਰ ਲਿਸਟ ਤਾਂ ਕੋਈ ਹੋਵੇ ਨਾ। ਕਿੰਨੇ ਲੋਕ ਬਲੂ ਸਟਾਰ 'ਚ ਮਾਰੇ ਗਏ, ਇਹ ਰਿਕਾਰਡ ਵੀ ਨਹੀਂ ਮਿਲ ਰਿਹਾ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਥਰੂ RTI, ਮੈਨੂੰ ਵੀ ਰਿਕਾਰਡ ਨਹੀਂ ਮਿਲਿਆ। ਮੈਂ ਸਿੱਧੇ ਢੰਗ ਨਾਲ ਵੀ ਟੇਢੇ ਢੰਗ ਨਾਲ ਵੀ ਪੂਰਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਸਰਕਾਰ ਨਹੀਂ ਦੇ ਰਹੀ। ਸਰਕਾਰ ਕੋਈ ਰਿਕਾਰਡ ਵੀ ਨਹੀਂ ਦੇ ਰਹੀ। ਮੈਂ ਦੂਸਰੀ ਕਿਤਾਬ ਲਿਖਣ ਦੇ ਵੇਲੇ 2 ਸਾਲ RTI ਪਾ ਕੇ ਹਰ ਤਰ੍ਹਾਂ ਦਾ ਰਿਕਾਰਡ ਲੈਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਤੋਂ ਕੁਝ ਵੀ ਹਾਸਲ ਨਹੀਂ ਹੋਇਆ। ਸੋ ਉਹ ਸਾਰਾ ਰਿਕਾਰਡ ਸਰਕਾਰ ਰਿਲੀਜ਼ ਕਰੇ, ਜਿਸ ਤਰ੍ਹਾਂ ਇੰਗਲੈਂਡ ਨੇ ਕੀਤਾ। ਜਦੋਂ ਫਿਰ ਪਤਾ ਲੱਗਿਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਬ੍ਰਿਟਿਸ਼ ਗੌਰਮੈਂਟ ਦੀ ਹੈਲਪ ਲਈ ਸੀ ਬਲੂ ਸਟਾਰ ਵਾਸਤੇ, ਜੇ ਉਹ ਕਰ ਸਕਦੇ ਤਾਂ ਹਿੰਦੁਸਤਾਨ ਦੀ ਸਰਕਾਰ ਕਿਉਂ ਨਹੀਂ ਕਰ ਸਕਦੀ? ਜਦ ਤੱਕ ਇਹ ਸਾਰਾ ਕੁਝ ਇਹ ਸਟੈਪ ਨਹੀਂ ਲਏ ਜਾਂਦੇ, ਇਹ ਕਲੋਜ਼ਰ ਨਹੀਂ ਹੋ ਸਕਦਾ। ਸਰ ਜਗਤਾਰ ਸਿੰਘ ਜਿਨ੍ਹਾਂ ਨੇ ਖੁੱਲ੍ਹ ਕੇ ਦੱਸਿਆਗਾ, ਸਵਾਲ ਵੀ ਬਹੁਤ ਵੱਡਾ ਹੈਗਾ ਕਿ ਜਿੱਥੋਂ ਮੰਗ ਉੱਠੀ ਆ ਜਾਂ ਜਿਸ ਤਰ੍ਹਾਂ ਪੰਜਾਬ ਦਾ ਉਸ ਮੰਗ ਦੇ ਨਾਲ ਬਹੁਤ ਜ਼ਿਆਦਾ ਖੂਨ ਡੁੱਲਿਆ, ਉਸ ਖੂਨ ਦਾ ਮੁੱਲ ਵੀ ਮੁੜਨਾ ਚਾਹੀਦਾ ਤੇ ਸਰਕਾਰਾਂ ਨੇ ਫੈਸਲਾ ਕਰਨਾ ਹੈਗਾ ਕਿ ਇਹ ਜਿਹੜੀ ਮੰਗ ਆ ਇਹਦਾ ਅੰਤ ਕੀ ਹੋਣਾ ਚਾਹੀਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨੇ ਨਿਊਜ਼ ਚੰਡੀਗੜ੍ਹ।